quiet. I used to lock myself in the room. ठीक है. I hardly talk to someone. I hardly go to meet my relatives or something. So वो चीज़ बहुत करती थी मुझे. आप यहीं से जज कर लेंगे कि जो ट्रांस कम्युनिटी या जो LGBTQ कम्युनिटी के लोग हैं उन्हें क्या फेस करना पड़ता है. उसकी मम्मा मायके गए हुए थे अपने, उसके पापा, उसकी 2 बहनें, भाई घर पे थे. उसके फादर ने उसे सेक्सुअली अब्यूज करने की कोशिश की. ਸਮਾਜ ਦੇ ਵਿੱਚ ਜਦੋਂ ਵਿਚਰਦੇ ਹੈਗੇ ਆ ਤਾਂ ਲੋਕਾਂ ਦੀ ਜਿਹੜੀ ਅੱਖ ਹੁੰਦੀ ਹੈ ਉਹ ਵੱਖਰੇ ਕਿਸਮ ਦੀ ਅੱਖ ਹੁੰਦੀ ਹੈ ਕਿ ਹਾਂ ਠੀਕ ਹੈ ਕਿਉਂਕਿ ਇਹ ਸਾਡੇ ਵਰਗਾ ਨਹੀਂ ਹੈਗਾ ਤੇ ਸਾਡੇ ਵਰਗੀ ਨਹੀਂ ਹੈਗੀ, ਤਾਂ ਉਹ ਉਹਨਾਂ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ. वो रामलीला में कहीं उसी साइड डांस कर रही होगी, उसके भाइयों ने देख लिया उसे, तो वहाँ उन्होंने कुछ नहीं कहा. वो उसे बहुत प्यार से लेके आए और उन्होंने रास्ते में, उनका गांव है बीच जंगल पड़ता है, वहाँ उसे जिंदा जला दिया. ਜਦੋਂ ट्रांसजेंडर ਦੇ ਵੱਲ ਦੇਖਦੇ ਹੈਗੇ ਤਾਂ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਸੈਕਸ ਆਬਜੈਕਟ ਹੀ ਮੰਨਦੇ. एक ट्रांस पर्सन जो है उसे एज अ स्टेपनी रखना चाहते हैं. बाबू मुझे शादी करनी पड़ेगी, मैं शादी कर लूँगा, माँ बाप भी खुश हो जाएंगे, एक बच्चा हो जाएगा, समाज भी कुछ नहीं कहेगा, फिर मैं तुम्हारे साथ तो हूँ ही. मेरा मानना है या तो होता है या नहीं होता. ਸੋਸ਼ਲ ਜਿਹੜਾ ਦਾਦਾ ਨੇ ਤੁਹਾਨੂੰ ਦੱਸਿਆ ਹੈਗਾ, ਸੋਹਣਾ ਤੁਹਾਨੂੰ ਜਿਹੜਾ ਦੱਸਿਆ ਹੈਗਾ, ਅੱਖਾਂ ਇੰਨੀਆਂ ਸੋਹਣੀਆਂ. ਜੇ ਜਿਵੇਂ ਤੁਹਾਡੀ ਅੱਖਾਂ ਦੀ ਗੱਲ ਕਰੀਏ ਤਾਂ ਅੱਖਾਂ ਦੀ ਤੁਸੀਂ ਗੱਲ ਕਰਦੇ ਹੁੰਦੇ ਹੋਗੇ ਤੇ ਮੇਰੇ ਵਰਗਾ ਜਿਹੜਾ ਬੰਦਾ ਉਹ ਤਾਂ ਵੈਸੇ ਹੀ ਸਵਾਲ ਭੁੱਲ ਜਾਏ. एक बगीचे में हर तरह का फूल होता है और सबकी खुशबू अलग अलग होती है. अगर आपको किसी की खुशबू पसंद नहीं आ रही तो इट डजंट मीन कि आप उसे तोड़ के बिखेर दें. वो जैसे लगा है उसे लगा रहने दें. वो आपको नुकसान तो नहीं पहुंचा रहा ना. ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਸਕਾ ਟੀਵੀ ਤੇ ਮੈਂ ਸ਼ਾਇਨ ਕੋਟਪੂਰਾ. ਇੱਕ ਸ਼ੇਰ ਹੈ ਕਿ ਕਿਸੇ ਇੰਨੀ ਰੀਝੀ ਤੋੜਿਆ ਪੱਥਰ ਨੂੰ ਕਿ ਕਾਇਨਾਤ ਵੀ ਜੋੜਦੀ ਹਾਰ ਗਈ. ਇਸ ਕਾਇਨਾਤ ਦੇ ਵਿੱਚ ਬਹੁਤ ਸਾਰੇ ਜੀਅ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਭਾਵਨਾਵਾਂ ਨੇ. ਪੱਥਰ ਦੇ ਵਿੱਚ ਵੀ ਭਾਵਨਾ ਹੁੰਦੀ ਹੈ. ਜਿਹੜਾ ਸਮਾਜ ਹੈਗਾ, ਸਮਾਜ ਦੇ ਤਾਣੇ ਬਾਣੇ ਦੀ ਜੇ ਗੱਲ ਕਰੀਏ ਤਾਂ ਅੱਜ ਜੇ ਕਿਸਮਾਂ ਦੀ ਗੱਲ ਕਰੀਏ ਤਾਂ ਕਿਸਮਾਂ ਦੇ ਵਿੱਚ 2 ਹੀ ਕਿਸਮਾਂ ਨੂੰ ਜ਼ਿਆਦਾ ਮਾਨਤਾ ਮੰਨੀ ਜਾਂਦੀ ਹੈ. ਉਹ ਕਿਸਮ ਕੀ ਹੈ? ਮਰਦ ਤੇ ਔਰਤ. ਜਿਹੜੀ ਤੀਜੀ ਕਿਸਮ ਹੈ ਟ੍ਰਾਂਸਜੈਂਡਰ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹੈਗੇ ਆ, ਉਸ ਕਿਸਮ ਨੂੰ ਅਣਗੌਲਿਆ ਕੀਤਾ ਜਾਂਦਾ ਕਿਤੇ ਨਾ ਕਿਤੇ. ਤੇ ਪਰ ਅੱਜ ਜਿਸ ਕਾਇਨਾਤ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਤੇ ਜਿਸ ਕਾਇਨਾਤ ਦੀ ਮੈਂ ਹੁਣ ਗੱਲ ਕਰਨ ਜਾ ਰਿਹਾ, ਦੋਨੇ ਹੀ ਓਨੀਆਂ ਖੂਬਸੂਰਤ ਨੇ. ਤੇ ਸਾਡੇ ਨਾਲ ਨੇ ਕਾਇਨਾਤ. ਪਹਿਲਾਂ ਸਵਾਗਤ ਕਰ ਲੈਂਦੇ ਹਾਂ. ਸਵਾਗਤ. ਪਹਿਲਾਂ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜੀ, ਕੀ ਹਾਲ ਚਾਲ? All good. You say how's going? ਬਹੁਤ ਸੋਹਣੇ ਜੀ, ਕਿਉਂਕਿ ਤੁਹਾਡੇ ਵਰਗੇ ਜੋ ਸੋਹਣੇ ਬੰਦੇ ਨੂੰ ਮਿਲਦੇ ਹੈਗੇ ਆ, ਸੋਹਣੇ ਇਨਸਾਨਾਂ ਨੂੰ ਮਿਲਦੇ ਹੈਗੇ ਆ ਤਾਂ ਹੋਰ ਸੋਹਣਾ ਹੋ ਜਾਂਦਾ, ਮਨ ਸੋਹਣਾ ਹੋ ਜਾਂਦਾ ਹੈਗਾ. ਤੇ ਕਾਇਨਾਤ ਜੇ ਗੱਲ ਕਰੀਏ ਮੈਂ ਕਿਉਂਕਿ ਜਿਹੜੀ ਇਹ ਇੰਟਰਵਿਊ ਆਪਾਂ ਕਰਾਂਗੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਹੈਗੀਆਂ, ਪਰ ਮੇਰਾ ਇਹ ਵੀ ਇੱਕ ਨਾਲ ਜ਼ਰੂਰ ਹੋਊਗਾ ਕਿ ਜਿੰਨੇ ਵੀ ਇਸ ਸਮਾਜ ਨਾਲ ਸੰਬੰਧ ਰੱਖਦੇ ਨੇ, ਇਸ ਕਿਸਮ ਨਾਲ ਸੰਬੰਧ ਰੱਖਦੇ ਨੇ, ਤੀਜੀ ਧਿਰ ਇਸ ਨੂੰ ਬਣਾਇਆ ਜਾਵੇ. ਇਸ ਕਰਕੇ ਜਿੰਨੀਆਂ ਚੀਜ਼ਾਂ ਨੇ, ਜਿੰਨੇ ਮਨ ਦੇ ਵਿੱਚ ਖਿਆਲ ਨੇ, ਉਹਨਾਂ ਸਾਰੀਆਂ ਮਨ ਦੇ ਖਿਆਲਾਂ ਬਾਰੇ ਮੈਂ ਇਹਨਾਂ ਤੋਂ ਗੱਲਬਾਤ ਕਰੂੰਗਾ, ਇਹਨਾਂ ਤੋਂ ਪੁੱਛੂੰਗਾ, ਇਹਨਾਂ ਦੇ ਐਕਸਪੀਰੀਅੰਸ ਤੁਹਾਡੇ ਨਾਲ ਸਾਂਝੇ ਕਰੂੰਗਾ. ਤਾਂ ਕਹਿਣਾ ਜੀ, ਜੇ ਮੈਂ ਗੱਲ ਕਰਾਂ ਕਿ ਜਿਹੜਾ ਬਚਪਨ ਹੈਗਾ, ਬਚਪਨ ਦੇ ਵਿੱਚ ਸਾਨੂੰ ਨਹੀਂ ਸੂਝ ਹੁੰਦੀ ਹੈਗੀ ਕਿ ਅਸੀਂ ਕਿਸ ਤਰੀਕੇ ਦੇ ਹੈਗੇ ਹਾਂ ਜਾਂ ਕੀ ਹੈਗੇ ਹਾਂ. ਉਹ ਸਾਡੇ ਮਾਪਿਆਂ ਨੂੰ ਜ਼ਿਆਦਾ ਪਤਾ ਹੁੰਦਾ ਹੈਗਾ. ਤਾਂ ਤੁਹਾਡੀ ਕਿਹੜੀ ਉਮਰ ਸੀਗੀ ਜਦੋਂ ਤੁਹਾਨੂੰ ਇਹ ਸੂਝ ਲੱਗੀ ਕਿ ਮੈਂ ਉਸ ਜਿਹੜੇ ਬਾਕੀ ਮੁੰਡੇ ਹੈਗੇ ਨੇ ਜੋ ਉਹਨਾਂ ਤੋਂ ਵੱਖਰੀ ਹੈ? From the beginning, जब मैं 3rd या 4th स्टैंडर्ड में थी, तब से I was like roaming myself कि मैं what is different between me and other boys and girls. Something is there, but I was not aware कि वो क्या है. I used to quiet. I used to lock myself in the room. ठीक है. I hardly talk to someone. I hardly go to meet my relatives or something. So वो चीज़ बहुत करती थी मुझे. और I don't have friends. I rarely talk to someone.
बिकॉज मतलब बचपन से कह लो मेरा माइंड थोड़ा ज़्यादा शार्प था। मैं ऐसी चीज़ें जो नेगेटिव होती थी ना कि ऐसा हुआ वहाँ पे या वैसा हुआ वहाँ पे, उन तरफ बहुत ज़्यादा मेरा ध्यान जाता था। तो उन चीज़ों से मुझे पता था कि नहीं, मेरे साथ भी वो चीज़ हो सकती है, मेरे साथ भी ये हो जाएगा। और या वो जो आज बताया जाता है गुड टच और बैड टच, आई ऑल्सो फेस्ड इन माई चाइल्डहुड। सो बिकॉज ऑफ दैट मैं दूर रहती थी। तो फिर जब मुझे ये चीज़ बहुत ही डीपली अंदर से पिंच करने लगी, सो आई स्टार्ट डिस्कसिंग विद माई मम्मा। आफ्टर फ्यू years I start discussing with my brother, sister and siblings. Then they discuss with my father. Now ਜੋ ਸਮਾਜ ਦੇ ਵਿੱਚ ਜਦੋਂ ਵਿਚਰਦੇ ਹੈਗੇ ਆ ਤਾਂ ਲੋਕਾਂ ਦੀ ਜਿਹੜੀ ਅੱਖ ਹੁੰਦੀ ਹੈ ਉਹ ਵੱਖਰੇ ਕਿਸਮ ਦੀ ਅੱਖ ਹੁੰਦੀ ਹੈ ਕਿ ਹਾਂ ਠੀਕ ਹੈ ਕਿਉਂਕਿ ਇਹ ਸਾਡੇ ਵਰਗਾ ਨਹੀਂ ਹੈਗਾ ਜਾਂ ਸਾਡੇ ਵਰਗੀ ਨਹੀਂ ਹੈਗੀ, ਤਾਂ ਉਹ ਉਹਨਾਂ ਦੀ ਪ੍ਰਤੀਕਿਰਿਆ ਕੀ ਹੁੰਦੀ ਆ, ਉਹਨਾਂ ਦਾ ਕੀ ਬਿਹੇਵੀਅਰ ਹੁੰਦਾ ਤੁਹਾਡੇ ਕੋਲ? I don't want to talk about people. मैं अपने बारे में ही बात कर रही हूँ। Moreover, people like rose, but I like carnation. Carnation का एक फ्लावर आता है, मुझे वो ज़्यादा पसंद है। ठीक है, तो दुनिया एक मार्केट जैसी है। Some people like गुलाब जामुन, some like रसगुल्ला, some like बर्फी, some like other things. तो this is like that. I don't bother कि कोई क्या कह रहा है, कोई कैसे देख रहा है। For me, I learned from my mother कि हाथी चलता है बाजार, कुत्ते भौंकते हैं हजार। तो I don't give damn, जो लोगों को लग रहा है लगता है। ਮੈਂ ਇਹ ਕੁਐਸਚਨ ਇਸ ਕਰਕੇ ਕੀਤਾ ਕਿਉਂਕਿ ਮੈਂ ਤੁਹਾਡੇ ਜਰੀਏ ਜਿਹੜੇ ਤੁਹਾਡੇ ਸਮਾਜ ਦੇ ਜਿਹੜੇ ਤੁਹਾਡੇ ਨਾਲ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਜੋ ਉਹਨਾਂ ਨੇ ਹੰਦਾਇਆ ਹੈਗਾ ਜਾਂ ਲੋਕੀ ਜੋ ਉਹਨਾਂ ਦੇ ਪ੍ਰਤੀ ਬਿਹੇਵੀਅਰ ਰੱਖਦੇ ਹੈਗੇ ਨੇ, ਘੱਟੋ ਘੱਟ ਉਹਨਾਂ ਨੂੰ ਬਿਹੇਵੀਅਰ ਆਪਦੇ ਬਿਹੇਵੀਅਰ ਦੇ ਪ੍ਰਤੀ ਉਹਨਾਂ ਨੂੰ ਸ਼ਰਮ ਆ ਸਕੇ, ਉਹਨਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਅਸੀਂ ਇਹ ਚੀਜ਼ਾਂ ਗਲਤ ਕਰਦੇ ਹਾਂ। ਤਾਂ ਮੈਂ ਇਸ ਕਰਕੇ ਮੈਂ ਤੁਹਾਨੂੰ ਪੁੱਛਿਆ ਕਿ ਕਿਹੜੀਆਂ ਚੀਜ਼ਾਂ ਨੇ ਜਾਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਜਿਹੜੇ ਤੁਹਾਡੀ ਕਮਿਊਨਿਟੀ ਦੇ ਲੋਕ ਨੇ ਜਾਂ ਜਿਹੜੇ ਤੁਹਾਡੇ ਵਰਗੇ ਲੋਕ ਨੇ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਨੇ ਸਮਾਜ ਦੀਆਂ? लोगों को कमेंट, ताने, ठीक है, मैंने भी सहा है। जी। When I was in my college, तो boys used to write on blackboard about me on my registers, okay, या वो पर्ची बना के फेंकना। और अर्लियर वेयर आई वाज लिविंग, वहाँ पे मैं कभी नहीं निकली। मैं चंडीगढ़ में भी 2-3 ऐसे एरियाज हैं, हाउसिंग बोर्ड कॉलोनीज हैं, मैं पहले वहाँ रहती थी विद माई फैमिली। तो मैं वहाँ 7 years रही हूँ, बट मैं सिर्फ इतना निकलती थी कि मेरे घर से बाहर कैब है, मैं कैब में बैठ के एलांटे गई, एलांटे आई वॉज वर्किंग, वहाँ से घर आई। उसके बाद मोहल्ले में क्या हुआ, कुछ अच्छा कुछ बुरा, मैं अपने टेरेस पे नहीं जाती थी, मैं अपनी टेरेस की बालकनी पे नहीं खड़ी होती थी, बिकॉज मैं जानती थी मेरा खड़ा होना मतलब एक कमेंट इधर से या एक उधर से आएगा। और वन ऑफ माई ब्रदर ही इज़ वेरी अग्रेसिव, तो लड़ाई होगी, झगड़ा होगा, तो दैट्स व्हाई आई डोंट यूज टू गो एनीवेयर। और रही बात सहने की, तो मैं नाम नहीं लूँगी, वन ऑफ माई फ्रेंड he is from जीरकपुर, ये उसकी स्टोरी है, आप यहीं से जज कर लेंगे कि जो ट्रांस कम्युनिटी या जो LGBTQ कम्युनिटी के लोग हैं उन्हें क्या फेस करना पड़ता है। उसके मम्मा मायके गए हुए थे अपने, उसके पापा, उसकी 2 बहनें भाई घर पे थे। उसके फादर ने उसे सेक्सुअली अब्यूज करने की कोशिश की। उसी के फादर ने उसे सेक्सुअली अब्यूज करने की कोशिश की। आफ्टर दैट ये तो हुआ। और दूसरी जो चीज़ थी, उसने जब अपनी मम्मा के आने के बाद डिस्कस किया कि पापा इज ट्राइंग टू डू दिस विद मी, डू दैट विद मी, तो हिज मदर इज सेड कि यू आर रॉन्ग, ही कांट डू दिस, तेरी गलती होगी, तूने ही कुछ ऐसा किया होगा। तो आप यहाँ से जज कर सकते हैं कि कितना डिफिकल्ट है। ਜਿਹੜਾ ਸਮਾਜ ਹੈਗਾ, ਚਲੋ ਉਹਨਾਂ ਦੀ ਤਾਂ ਪ੍ਰਤੀਕਿਰਿਆ ਮੰਨਣਯੋਗ ਹੈ ਹੀ ਕਿ ਜੋ ਉਹ ਕਰਦੇ ਹੈਗੇ ਉਹਨਾਂ ਦਾ ਆਪਣਾ ਬਿਹੇਵੀਅਰ, ਆਪਣੀ ਸੋਚਣ ਸ਼ਕਤੀ ਹੈ, ਪਰ ਜਿਹੜਾ ਬੱਚਾ ਹੁੰਦਾ ਉਹ ਘਰ ਤੋਂ ਹੀ ਹੁੰਦਾ, ਤੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਟੱਚ ਹੁੰਦਾ ਉਹ ਮਾਪਿਓ ਦੇ ਨਾਲ ਹੁੰਦਾ ਹੈਗਾ। ਤਾਂ ਕਈ ਵਾਰੀ ਇਹੋ ਜਿਹੀਆਂ ਸਿਚੁਏਸ਼ਨਸ ਵੀ ਦੇਖਣ ਨੂੰ ਮਿਲੀਆਂ ਕਿ ਮਾਪਿਓ ਵੀ ਨਾਲ ਨਹੀਂ ਖੜਦੇ ਇਸ ਸਿਚੁਏਸ਼ਨ 'ਤੇ ਆ ਕੇ, ਉਹਦੇ ਬਾਰੇ ਕੀ ਕਹਿਣਾ? देखिए,
मैं बाय द गॉड ऑफ ग्रेस अपने आप को बहुत लकी मानती हूँ जी। और मैं हूँ कि मेरे साथ मेरी फैमिली एक एक सिंगल स्टेप पे खड़ी रही। जी। पर मैंने खुद भी ऐसे बहुत से घर देखे हैं, मेरी नज़र में ऐसे बहुत से लोग हैं जिन्होंने घर छोड़ दिया जिस दिन। वन ऑफ माई फ्रेंड, शी इज़ फ्रॉम बिहार, आज उसे 24 साल हो गए हैं घर छोड़े हुए। उसे ये नहीं पता उसके मम्मी पेरेंट्स जिंदा हैं या नहीं हैं। और कुछ ऐसे हैं, एक किस्सा है सहारनपुर का। जी। मेरी फ्रेंड की फ्रेंड, कॉमन फ्रेंड है मुझे। You can say she is feminine. She is not trans, she is not gay, she is feminine. Feminine थे वो बहुत ज़्यादा। She used to dance in Ramleelas. She belongs from Rajput family. जी। तो वो रामलीला में कहीं उसी साइड डांस कर रही होगी, उसके भाइयों ने देख लिया उसे। जी। तो वहाँ उन्होंने कुछ नहीं कहा, वो उसे बहुत प्यार से लेके आए और उन्होंने रास्ते में, उनका गांव है बीच जंगल पड़ता है, वहाँ उसे जिंदा जला दिया। रातों रात उसे जला दिया। उसके क्या मिले? सिर्फ कपड़े। ठीक है। और वहीं का एक किस्सा और है, ऐसे ही सेम सिनेरियो हुआ। उस केस में ये हुआ, वो उसे घर ले आए और वहाँ उसने जहर दे दिया उसे, और पुलिस वालों के आने से पहले उसकी मिट्टी को आग लगा दी और बोला कि ऐसा कर रहा था, हम क्या करते हैं, मम्मी नाक थोड़ी कटा सकते हैं। तो कई केसेस ऐसे भी हैं, इससे भी पैथेटिक केसेस हैं। और तो मैं यही कहना चाहूँगी कि देखिए, एक बगीचे में हर तरह का फूल होता है और सबकी खुशबू अलग अलग होती है। अगर आपको किसी की खुशबू पसंद नहीं आ रही तो इट डजंट मीन कि आप उसे तोड़ के बिखेर दें। वो जैसे लगा है उसे लगा रहने दें, वो आपको नुकसान तो नहीं पहुंचा रहा ना। जी जी। तो ਜਿਵੇਂ ਤੁਸੀਂ ਕਿਹਾ ਕਿ ਤੁਸੀਂ ਖੁਸ਼ਨਸੀਬ ਹੈਗੇ ਹੋ ਕਿ ਤੁਹਾਨੂੰ ਇਹੋ ਜਿਹੀਆਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਘੱਟੋ ਘੱਟ ਨਹੀਂ ਕਰਨਾ ਪਿਆ ਜਿਹੜੀਆਂ ਬਾਕੀ ਜਿਹੜੇ ਟ੍ਰਾਂਸਜੈਂਡਰ ਹੈਗੇ ਨੇ, ਚਾਹੇ ਉਹ ਮੇਲ ਨੇ ਚਾਹੇ ਫੀਮੇਲ ਨੇ, ਉਹਨਾਂ ਨੂੰ ਕਰਨਾ ਪੈਂਦਾ ਹੈਗਾ। ਤੇ ਇੱਕ ਹੋਰ ਖੁਸ਼ਖਬਰੀ ਦੀ ਗੱਲ ਇਹ ਵੀ ਹੈਗੀ ਹੈ, ਖੁਸ਼ਨਸੀਬੀ ਦੀ ਗੱਲ ਕਿ ਤੁਸੀਂ ਮੈਰਿਜ ਕਰਵਾ ਚੁੱਕੇ ਹੈਗੇ ਤੇ ਲਵ ਲਾਈਫ ਦੀ ਜਿਹੜੀ ਸਟੋਰੀ ਹੈਗੀ ਆ ਉਹ ਸਾਨੂੰ ਥੋੜੀ ਜ਼ਰੂਰ ਸਾਂਝੀ ਕਰੋ। I'm with someone, he loves me a lot, I love him a lot. He left everything just because of me, because this is India. लोग, मैं पहले भी कह चुकी हूँ, लोग तुलसी का पौधा आंगन में लगाते हैं, घर में। लोगों को मेरा पैसा पसंद आ सकता है, लोगों को मेरा खाना, पैसे से रिलेटेड XYZ कुछ भी आप कर लीजिए, वो पसंद आ सकता है, लेकिन समाज में मेरे साथ खड़ा होना नहीं। तो सेम विद हिम आल्सो, when he said front of his family कि I love her, I want to live my life with her, they said you have to choose one, you can choose her or you can choose us also. तो he left each and everything. Now he's with me, we are happy together, but मेरा एक माइंड स्टेट ऑफ माइंड है, मैं हर चीज़ का 1% रखती हूँ कि अगर 99% पॉजिटिव है तो 1% नेगेटिव होता ही है, ये रियलिटी है लाइफ की। तो नाउ वी आर टुगेदर, आई वांट टू बी विद हिम होल लाइफ, बट इफ समहाउ समवेयर वो नहीं होता, सो आई एम नॉट फ्रॉम अदर पीपल कि मैं अपनी वेन्स काटूंगी या हैंग हो जाऊंगी, नहीं। लाइफ किसी की नहीं रुकती और लाइफ का काम है चलते रहना। पर जे इस टाइम की जे गल करिए ਤਾਂ ਉਹਨਾਂ ਦਾ ਵੀ ਉਹਨਾਂ ਜੇ ਯੋਗਦਾਨ ਕਹਿ ਦਈਏ ਕਿ ਹੈਗਾ ਕਿ ਜਿਵੇਂ ਤੁਸੀਂ ਇੱਕ ਦੁਨੀਆ ਤੋਂ ਵੱਖਰੀ ਚਾਲ ਆਪਣੀ ਚੱਲਣ ਲੱਗੀ ਹੈਗੀ ਹੋ, ਦੁਨੀਆ ਤੋਂ ਵੱਖਰੇ, ਕਿਉਂਕਿ ਜਦੋਂ ਜੇ ਆਪਾਂ ਦੁਨੀਆਦਾਰੀ ਤੋਂ ਜਦੋਂ ਵੱਖਰੇ ਚੱਲਦੇ ਹਾਂ ਤਾਂ ਕਹਿੰਦੇ ਹੁੰਦੇ ਆ ਕਿ ਦੁਨੀਆ ਦੁਸ਼ਮਣ ਬਣ ਜਾਂਦੀ ਹੈ ਤੁਹਾਡੀ, ਹੈ ਨਾ। ਤਾਂ ਤੁਸੀਂ ਵੀ ਚੱਲ ਰਹੇ ਹੈਗੇ ਹੋ, ਪਰ ਉਹਨਾਂ ਨੇ ਵੀ ਕਿਤੇ ਨਾ ਕਿਤੇ ਕੁਛ ਦੁਨੀਆ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਡੇ ਨਾਲ ਰਹਿ ਰਹੇ ਨੇ ਅੱਜ ਕੱਲ੍ਹ। ਤਾਂ ਜਿਹੜੀ ਇਹ ਸੋਚ ਹੈਗੀ ਹੈ, ਤੁਹਾਨੂੰ ਲੱਗਦਾ ਹੈ ਕਿ ਹਰ ਇੱਕ ਇਨਸਾਨ 'ਚ ਆਉਣੀ ਚਾਹੀਦੀ ਹੈਗੀ ਹੈ, ਜਾਂ ਹਰ ਇੱਕ ਜਿਹੜਾ ਮੁੰਡੇ ਹੈਗੇ ਆ, ਕਿਉਂਕਿ ਮੁੰਡਿਆਂ ਦਾ ਇਹ ਜਿਵੇਂ ਤੁਸੀਂ ਗੱਲ ਕਰ ਵੀ ਰਹੇ ਸੀਗੇ ਕਿ ਜਦੋਂ ਟ੍ਰਾਂਸਜੈਂਡਰ ਦੇ ਵੱਲ ਦੇਖਦੇ ਹੈਗੇ ਤਾਂ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਸੈਕਸ ਆਬਜੈਕਟ ਹੀ ਮੰਨਦੇ ਹੈਗੇ ਨੇ, ਉਸ ਤੋਂ ਉੱਪਰ ਫੀਲਿੰਗਸ ਜਾਂ ਭਾਵਨਾਵਾਂ ਉਹਨਾਂ ਦੇ ਵਿੱਚ ਨਹੀਂ ਪੈਦਾ ਹੁੰਦੀਆਂ ਹੈਗੀਆਂ। ਉਹਦਾ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਜ਼ਿਆਦਾ? नहीं, वो मेरे सामने बहुत से ऐसे केसेस हैं, लोग रहना चाहते हैं, दे लव ईच अदर, ठीक है, बट सोशल प्रेशर इतना ज़्यादा है। लोग कैसे रहना चाहते हैं, एक ट्रांस पर्सन जो है उसे एज अ स्टेपनी रखना चाहते हैं,
बाबू मुझे शादी करनी पड़ेगी, मैं शादी कर लूंगा, माँ बाप भी खुश हो जाएंगे, एक बच्चा हो जाएगा, समाज भी कुछ नहीं कहेगा, फिर मैं तुम्हारे साथ तो हूँ ही। मेरा मानना है या तो होता है या नहीं होता है, बीच की कोई चीज नहीं होती। इफ यू लव समवन तो बी विद हिम और हर, इफ यू डोंट वांट तो वो क्लियर कर दो कि नहीं, डोंट यूज एनीबॉडी। ਜੀ ਤੋਂ ਮੈਰਿਜ ਤੋਂ ਬਾਅਦ ਗੱਲ ਆਉਂਦੀ ਹੈਗੀ ਆ ਬੱਚੇ ਦੀ, ਤਾਂ ਹਰੇਕ ਦੇ ਮਨ ਦੀ, ਹਰੇਕ ਮਾਂ ਦੇ ਮਨ ਦੀ ਭਾਵਨਾ ਹੁੰਦੀ ਹੈ, ਮਮਤਾ ਹੁੰਦੀ ਹੈਗੀ ਹੈ ਕਿ ਮੇਰਾ ਵੀ ਇੱਕ ਬੱਚਾ ਹੋਵੇ ਜਿਹਨੂੰ ਮੈਂ ਖਿਡਾਵਾਂ, ਜਿਹਨੂੰ ਮੈਂ ਲਾਡਲਾ ਕਰਾਂ, ਹੈ ਨਾ। ਤਾਂ ਤੁਹਾਡਾ ਵੀ ਇਹ ਇੱਕ ਸੁਪਨਾ ਹੈਗਾ, ਤੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੀ ਪ੍ਰੋਸੀਜਰ ਤੁਹਾਨੂੰ ਅਖਤਿਆਰ ਕਰਨਾ ਪੈਣਾ? अंडर प्रोसेस है उसे ग्रेजुएशन, जी बट इट विल टेक टाइम। जी हाँ, इन फ्यूचर ऐसा कुछ होगा तो डेफिनेटली आई लेट यू नो। ਜੀ ਜਦੋਂ ਕੁਦਰਤ ਦੇ ਕਹਿੰਦੇ ਹੁੰਦੇ ਨਾ ਕਿ ਜਦੋਂ ਕੁਦਰਤ ਦੇ ਥੋੜਾ ਜਿਹਾ ਅਸੀਂ ਖਿਲਾਫ ਜਾ ਕੇ ਜੋ ਕੁਝ ਗੱਲਾਂ ਕਰਦੇ ਹੈਗੇ ਤਾਂ ਬਹੁਤ ਸਾਰੀਆਂ ਡਿਸਐਡਵਾਂਟੇਜ ਵੀ ਸਾਨੂੰ ਮਿਲਦੀਆਂ, ਬਹੁਤ ਸਾਰੀਆਂ ਸਾਨੂੰ ਨੁਕਸਾਨ ਵੀ ਝੱਲਣੇ ਪੈਂਦੇ ਹੈਗੇ। ਤਾਂ ਪ੍ਰੈਗਨੈਂਸੀ ਜਿਹੜੀ ਹੈਗੀ ਆ ਇਹਦੇ ਵਿੱਚ ਕੀ ਕੀ ਨੁਕਸਾਨ ਜਾਂ ਕੀ ਖਤਰੇ ਹੈਗੇ ਨੇ? हाँ, इसमें बहुत सी चीज़ें हैं। कुदरत के खिलाफ हम किसी भी वजह से जाते हैं तो हमें बहुत कुछ फेस करना पड़ता है। अब आप वैसे ही देख लो, ग्लोबल वार्मिंग की वजह से कितनी ह्यूमिडिटी है। जी अब कुछ भी टाइम पे नहीं है, ना समर ना विंटर ना मॉनसून, जी तो ऐसी चीज़ें हैं। अब अगर इस चीज़ के मैं गॉड के अगेंस्ट जाके अगर सब कुछ फुलफिल कर रही हूँ तो हर चीज़ का असर मेरी बॉडी पे ही होगा। जी मेरी बॉडी ही वीक होगी दिन भर बिकॉज ऑफ मेडिसिन, बिकॉज ऑफ एक्सेस मेडिसिन। मेरे पैरों में दर्द रहता है जी सारा टाइम, मतलब मेरा बॉडी ऐसा हो गया है जैसे एक आम होता है ना, उसे ऐसे दबा दो और वो बह जाएगा। इस हद तक बॉडी वीक हो गई है और ड्यू टू एक्सेस ऑफ मेडिसिन मेरी बॉडी में ओवरडोज की वजह से मुझे अटैक पड़ गया था। मेरा ब्लड इतना थिक हो गया था कि वो रोटेट नहीं हो रहा था बॉडी से। तो बहुत सारे डिसएडवांटेज भी हैं। तो इफ यू वांट समथिंग यू हैव टू डू समथिंग। ਬਿਲਕੁਲ ਜੇ ਕੁਝ ਪਾਉਣਾ ਤਾਂ ਕੁਝ ਕਈ ਵਾਰੀ ਕਹਿੰਦੇ ਹੁੰਦੇ ਆ ਖਾਣਾ ਵੀ ਪੈਂਦਾ ਹੈਗਾ, ਤੇ ਬਹੁਤ ਸਾਰੇ ਖਤਰਿਆਂ ਦਾ ਸਾਹਮਣਾ ਵੀ ਕਈ ਵਾਰੀ ਕਰਨਾ ਪੈਂਦਾ ਜਦੋਂ ਖਾਸ ਕਰਕੇ ਜਦੋਂ ਕੁਦਰਤ ਦੇ ਖਿਲਾਫ ਕੋਈ ਗੱਲਾਂ ਅਸੀਂ ਚੀਜ਼ਾਂ ਕਰਦੇ ਹੈਗੇ ਆ। ਤਾਂ ਕਾਇਨਾਤ, ਜੇ ਮੈਂ ਗੱਲ ਕਰਾਂ ਕਿ ਡੇਲੀ ਰੂਟੀਨ ਜਿਹੜੀ ਤੁਹਾਡੀ ਹੁਣ ਦੀ ਜਿਹੜੀ ਡੇਲੀ ਰੂਟੀਨ ਹੈਗੀ ਆ ਉਹ ਕਿਹੋ ਜਿਹੀ ਹੈਗੀ ਆ? मैं मॉर्निंग उठती हूँ 6 o'clock। ਜੀ डेली जो अपना है फ्रेश होना, नहा धो के पूजा करना, पूजा करके मैं ब्रेकफास्ट की तैयारी करती हूँ। उसके बाद ये मॉर्निंग जाते हैं बिकॉज ही इज़ रनिंग टैक्सी, 4 o'clock चले जाते हैं, 10 बजे 9 बजे तक आते हैं। फिर उसके बाद मुझे भी मेरे कुछ काम होते हैं। कभी आई एम वर्किंग इन अम्बाला विद लैक्मे अकेडमी, तो मैं वहाँ जाती हूँ, या किसी से मिलना है मुझे वहाँ जाना है। अदरवाइज़ अगर मैं कहीं नहीं जा रही हूँ तो मैं घर में लंच की तैयारी करूँगी, या घर पे बैठे हैं सारे, तो बस वही डेली जैसी आपकी लाइफ है। अगर काम है तो अपने ऑफिस में, नहीं है तो फैमिली में। ਜੀ ਮੇਰਾ ਪੁੱਛਣ ਦਾ ਕਾਰਨ ਇਹ ਸੀ ਕਿ ਕਈ ਵਾਰ ਦਰਸ਼ਕਾਂ ਦੇ ਮਨਾਂ ਦੇ ਵਿੱਚ ਖਿਆਲ ਆ ਜਾਂਦਾ, ਸਵਾਲ ਆ ਜਾਂਦਾ ਕਿ ਜਿਹੜੀਆਂ ਆਮ ਘਰੇਲੂ ਜਨਾਨੀਆਂ ਹੈਗੀਆਂ ਨੇ ਜਾਂ ਬੁੜੀਆਂ ਹੈਗੀਆਂ ਨੇ ਸਾਡੇ ਪਿੰਡਾਂ ਦੀਆਂ, ਸਾਡੇ ਸ਼ਹਿਰਾਂ ਦੀਆਂ, ਘਰਾਂ ਦੀਆਂ, ਤਾਂ ਉਹਨਾਂ ਦਾ ਤੇ ਜਿਹੜੇ ਤੁਸੀਂ ਜਿਵੇਂ ਤੁਸੀਂ ਟ੍ਰਾਂਸ ਕਰਵਾਇਆ ਹੈਗਾ, ਤਾਂ ਤੁਹਾਡੀ ਡੇਲੀ ਰੂਟੀਨ ਦੇ ਵਿੱਚ ਜਾਂ ਤੁਹਾਨੂੰ ਕੋਈ ਹੋਰ ਤਕਲੀਫਾਂ ਉਹਨਾਂ ਤੋਂ ਇਲਾਵਾ ਤੁਹਾਨੂੰ ਕੁਝ ਕਰਨੀਆਂ ਪੈਂਦੀਆਂ? नहीं, ऐसा कुछ नहीं है। मैं पहले भी जब मेरे मम्मा थे तो मैं उनका हाथ बटाती थी बिकॉज इट्स बीन 16 और 17 ईयर्स। मेरे मम्मा का आटा नहीं बोल सकते थे और पोछा नहीं लगा सकते थे ड्यू टू सम मेडिकल इश्यूज, और वो ठीक नहीं रहते थे, उन्हें शुगर था। तो मैं अपनी कॉलेज और स्कूल टाइम में भी इतना टाइम निकालती थी कि मैं उनका हाथ बटा सकूँ। और काफ़ी टाइम हो गया था, मेरी मम्मा ने कभी रसोई में आके नहीं देखा क्या बनेगा। तो मेरी पहले भी यही आदत थी, अभी भी कुछ खास चेंज नहीं। बस ये है पूरी जो चेंजेस हैं वो मेरी हेल्थ को लेकर। ਜੇ ਮੈਂ ਗੱਲ ਕਰਾਂ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਜਦੋਂ ਕਹਿੰਦੇ ਨੇ ਵਿਆਹ ਸ਼ਾਦੀ ਹੁੰਦੇ ਆ ਉਦੋਂ ਮਹੰਤ ਘਰੇ ਆਉਂਦੇ ਹੁੰਦੇ ਸੀਗੇ, ਹੈ ਨਾ, ਤਾਂ ਖੁਸ਼ੀਆਂ ਵੰਡ ਕੇ ਜਾਂਦੇ ਸੀ, ਖੁਸ਼ੀਆਂ ਲੈ ਕੇ ਜਾਂਦੇ ਸੀਗੇ। ਤਾਂ ਪਰ ਅੱਜ ਕੱਲ੍ਹ ਕੁਝ ਇਹੋ ਜਿਹੇ ਵੀ ਇਨਸੀਡੈਂਟ ਦੇਖੇ ਜਾਂਦੇ ਹੈਗੇ ਜਿੱਥੇ ਬਿਨਾਂ ਗੱਲ ਤੋਂ ਵੈਸੇ ਮੰਗਣਾ ਜਿਹੜਾ ਹੈਗਾ, ਹੈ ਨਾ, ਉਹ ਜਿਹੜੀ ਮੰਗਣ ਦੀ ਪ੍ਰਥਾ ਹੈਗੀ ਆ, ਤੁਸੀਂ ਉਸ ਚੀਜ਼ ਨੂੰ ਚੇਂਜ ਕਰਨਾ ਚਾਹੁੰਦੇ ਜੋ ਉਸ ਚੀਜ਼ ਨੂੰ ਮੰਨਦੇ ਹੋ ਕਿ ਉਹ ਗਲਤ ਚੱਲ ਰਹੀ ਹੈਗੀ, ਜਦੋਂ ਆਪਣੇ ਹੱਡ ਪੈਰ ਸਲਾਮਤ ਨੇ ਤੇ ਅਸੀਂ ਬਾਕੀਆਂ ਵਾਂਗੂ ਕੰਮ ਕਰ ਸਕਦੇ? नहीं, मैं इस चीज़ को एग्री नहीं करती। जी
बिकॉज ये जो किन्नर प्रथा है या ये जो बधाई प्रथा है जी ये राजा राम के ज़माने से जी है ना। अकबर जब मुगल थे तब भी ये प्रथा थी। जी तब फर्क ये था कि उस टाइम पे जो किन्नर थे वो राजे रजवाड़ों में रहते थे। जी आम लोगों से ज़्यादा उनके पास सोना चांदी अशरफियाँ थी। जी अब ना राजे रहे ना रजवाड़े रहे, तो किन्नर कहाँ जाएंगे। जी आज की डेट में लोग कह देते हैं ट्रांसजेंडर एक्ट या बिल आ गया है। एक पोजीशन है जिसके लिए 100 उम्मीदवार हैं, बाकी के 99 कहाँ जाएंगे। जी आई एम ग्रेजुएट, यू आर अ डिग्री होल्डर, बट सब उस लाइन में नहीं आ रहे ना, उस रो में नहीं आ रहे सब। तो जो उस रो में नहीं है वो कहाँ जाएंगे। सब सेक्स वर्कर नहीं बन सकते, जी सब बधाई नहीं ले सकते। कुछ भी करना इज नॉट इजी। लोग कह देते हैं ये तो फ्री का पैसा है। फ्री का पैसा नहीं होता। आप किसी की जेब से 10 रुपए निकलवा के देखिए। किन्नर प्रथा उतनी ही पुरानी है जितना पुराना ये समाज है। अगर आप कहते हैं ये गलत है ये सही है, तो फिर अगर ये गलत है तो फिर वो डेरे में क्यों। मैं इस करके इस सवाल ਨੂੰ ਮੈਂ ਜ਼ਿਆਦਾ ਉਜਾਗਰ ਕੀਤਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਸ ਚੀਜ਼ ਨਾਲ ਨਹੀਂ ਲਿੰਕ ਰੱਖਦੇ ਜਾਂ ਜਿਨ੍ਹਾਂ ਦੇ ਭਾਵਨਾਵਾਂ ਨਹੀਂ ਹੁੰਦੀਆਂ ਹੈਗੀਆਂ ਮਨ ਦੇ ਵਿੱਚ, ਤਾਂ ਉਹ ਕਿਤੇ ਨਾ ਕਿਤੇ ਜੇ ਕੋਈ ਲੈਣ ਆ ਜਾਂਦਾ, ਕੋਈ ਪੈਸੇ ਲੈਣ ਆ ਜਾਂਦਾ ਜਾਂ ਕੁਝ ਹੋਰ ਚੀਜ਼ ਲੈਣ ਆ ਜਾਂਦਾ, ਤਾਂ ਉਹ ਉਹਦੇ ਬਦਲੇ ਦੇ ਵਿੱਚ ਦੁਆਵਾਂ ਵੀ ਦੇ ਕੇ ਜਾਂਦਾ, ਪਰ ਉਹ ਦਰਕਾਰ ਦਿੰਦੇ ਨੇ ਉਹਨਾਂ ਨੂੰ। ਤਾਂ ਉਹਨਾਂ ਦੀ ਜਿਹੜੀ ਸੋਚ ਹੈਗੀ ਹੈ, ਜਿਹੜੀ ਮੈਂਟੈਲਿਟੀ ਹੈਗੀ, ਉਹ ਚੇਂਜ ਹੋਣੀ ਚਾਹੀਦੀ। ਕਿਉਂਕਿ ਜਿਵੇਂ ਕਾਇਨਾਤ ਨੇ ਦੱਸਿਆ ਕਿ ਜਿਹੜੀ ਹਰ ਜਿਹੜਾ ਟਰਾਂਸ ਹੈਗਾ ਜਾਂ ਹਰ ਕਿੰਨਰ ਚੰਗੀ ਸਟੱਡੀ ਨਹੀਂ ਕਰ ਸਕਦਾ, ਉਹ ਚਾਹੇ ਉਹ ਘਰੇਲੂ ਸਮੱਸਿਆ ਵੀ ਹੋ ਸਕਦੀ ਹੈ, ਉਹ ਸਮਾਜਿਕ ਸਮੱਸਿਆ ਸਭ ਤੋਂ ਵੱਡੀ ਹੈ। ਕਿਉਂਕਿ ਅਸੀਂ ਉਹਨਾਂ ਨੂੰ ਰਲਣ ਨਹੀਂ ਦਿੰਦੇ ਆਪਣੇ ਆਪ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਉਹਨਾਂ ਨੂੰ ਰਲ ਨਹੀਂ ਦਿੰਦੇ। ਤਾਂ ਉਹ ਜੇ ਕਿਤੇ ਸਾਡੀ ਪ੍ਰਤੀਕਿਰਿਆ ਉਹਨਾਂ ਦੀ ਬਾਕੀਆਂ ਵਾਂਗੂ ਹੋ ਜੇ, ਬਾਕੀ ਜਿਵੇਂ ਅਸੀਂ ਮਰਦਾਂ ਨਾਲ ਔਰਤਾਂ ਨਾਲ ਜਿਵੇਂ ਵੀ ਅਸੀਂ ਵਿਚਰਦੇ ਹੈਗੇ ਉਹਨਾਂ ਦੀ ਹੋਵੇ, ਤਾਂ ਉਹ ਵੀ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ, ਚੰਗੇ ਕੰਮ, ਚੰਗੇ ਸਟੱਡੀ ਕਰ ਸਕਦੇ ਆ ਤੇ ਆਪਣਾ ਵਧੀਆ ਜੀਵਨ ਬਤੀਤ ਕਰ ਸਕਦੇ ਹੈਗੇ। ਤਾਂ ਸਮਾਜ ਦੀ ਇਹ ਜਿਹੜੀ ਬਹੁਤ ਵੱਡੀ ਕੁਰੀਤੀ ਹੈਗੀ ਆ। ਤਾਂ ਜੇ ਮੈਂ ਗੱਲ ਕਰਾਂ ਕਿ ਜਿਹੜੀ ਪ੍ਰਥਾ ਦੂਜੀ ਹੈਗੀ ਆ ਗੱਦੀਨਸ਼ੀਨ ਪ੍ਰਥਾ ਹੈਗੀ ਆ, ਜਿਹੜੇ ਬਣਾਉਂਦੇ ਹੈਗੇ, ਉਹਨਾਂ ਦਾ ਕੀ ਮਤਲਬ ਉਹ ਕਿਉਂ ਬਣਾਈਆਂ ਜਾਂਦੀਆਂ ਹੈਗੀਆਂ, ਉਹ ਸੰਸਥਾ ਕਿਉਂ ਖੜੀਆਂ ਕੀਤੀਆਂ ਜਾਂਦੀਆਂ, ਕਿਉਂਕਿ ਬਹੁਤ ਵੱਡੀਆਂ ਸੰਸਥਾਵਾਂ ਪੰਜਾਬ ਦੇ ਵਿੱਚ ਵੀ ਨੇ, ਆਲ ਓਵਰ ਇੰਡੀਆ ਦੇ ਵਿੱਚ ਵੀ ਹੈਗੀਆਂ ਨੇ। ਉਹ ਮੈਂ ਗੱਲ ਮੰਨ ਗਿਆ ਕਿ ਜਿਹੜੇ ਨਹੀਂ, ਜਿਨ੍ਹਾਂ ਕਿਉਂਕਿ ਘਰ ਦੇ ਵੀ ਨਹੀਂ, ਸਮਾਜ ਵੀ ਨਹੀਂ ਉਹਨਾਂ ਨੂੰ ਮੰਨਦਾ ਆਪਣਾ, ਤਾਂ ਉੱਥੇ ਉਸ ਸੰਸਥਾਵਾਂ ਦੇ ਨਾਲ ਉਹ ਜੁੜ ਜਾਂਦੇ ਹੈਗੇ ਨੇ। ਪਰ ਉਸ ਸੰਸਥਾਵਾਂ ਨੂੰ ਲੈ ਕੇ ਵੀ ਕਈ ਵਾਰੀ ਬਹੁਤ ਸਾਰੇ ਕੰਪੀਟੀਸ਼ਨ ਦੇਖਣ ਨੂੰ ਮਿਲਦੇ ਨੇ, ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। मैं कुछ कहने से पहले जो भी इसे देख रहे हो, मैं किसी भी पर्टिकुलर एक समाज के लिए नहीं कह रही, ये किसी XYZ किसी पर्टिकुलर एरिया वालों के लिए नहीं कह रही। मैं सिर्फ इस सवाल का ही जवाब दे रही हूँ। अगर किसी को बुरा लगे तो सॉरी। क्या कहते रही गद्दी नशीन बनने की बात, तो ऐसे ही कोई नहीं बन जाता, किसी ने अपनी ज़िंदगी निकाल दी उसमें। अब अगर कोई कहे कि मैं अपने ग्रैंडफादर की, अपने दादा की जगह ले लूँ, तो वो पॉसिबल नहीं है। घर में एक बुजुर्ग होता ही है सबके पास, उन्होंने अपनी ज़िंदगियाँ, उनके तजुर्बे निकल गए, उनके सामने कितनी पीढ़ियाँ निकल जाती हैं, वो उस जगह के मालिक होते हैं, उनमें उनकी बातें, उनकी दुआओं का वो असर होता है, तब वो गद्दियों पर बिठाए जाते हैं। सब मुझे नहीं बिठा देगा कोई, या जो मेरी एज के कुछ और है उन्हें नहीं बिठा देगा। जो भी गद्दी नशीन आप देखोगे, उनकी तजुर्बा, उनके आगे एक पीढ़ी निकल चुकी है, तब जाके उन्हें वो पदवी मिली है। कहते हैं ना, लोहे को बहुत मारा जाता है तब उसमें चमक आती है, तो वही उनका हाल है। ਤੇ ਕਹਿਣਾ ਤਾਂ ਸਾਰੀਆਂ ਗੱਲਾਂ ਤੋਂ ਛੱਡ ਕੇ ਜੇ ਮੈਂ ਗੱਲ ਕਰਾਂ ਕਿ ਹੁਸਨ ਜਿਹੜਾ ਰੱਬ ਨੇ ਤੁਹਾਨੂੰ ਦਿੱਤਾ ਹੈਗਾ, ਸੋਹਣਾਪਣ ਜਿਹੜਾ ਦਿੱਤਾ ਹੈਗਾ, ਅੱਖਾਂ ਇੰਨੀਆਂ ਸੋਹਣੀਆਂ ਨੇ ਹਨਾ, ਤਾਂ ਇਹਨੂੰ ਮੇਨਟੇਨ ਕਰਨ ਵਾਸਤੇ ਤੁਹਾਨੂੰ ਕੀ ਕੁਝ ਕਰਨਾ ਪੈਂਦਾ ਹੈਗਾ। ਕਿਉਂਕਿ ਜਿਹੜੀ ਬਿਊਟੀ ਹੈਗੀ ਆ ਉਹ ਤਾਂ ਰੱਬ ਦੀ ਦਿੱਤਾ ਹੀ ਹੈਗੀ ਆ, ਉਹਨੂੰ ਸ਼ਿੰਗਾਰਨ ਦੀ ਕਹਿੰਦੇ ਹੁੰਦੇ ਕੋਈ ਖਾਸ ਲੋੜ ਨਹੀਂ ਹੁੰਦੀ। ਪਰ ਕਹਿੰਦੇ ਹੁੰਦੇ ਨੇ ਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਜਿਹੜਾ ਮੇਕਅਪ ਸ਼ੇਕਅਪ ਸਭ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ ਸਾਨੂੰ ਅਖਤਿਆਰ ਕਰਨੀਆਂ ਪੈਂਦੀਆਂ ਹੈਗੀਆਂ, ਜਿਹੜੀਆਂ ਬਣਾਵਟੀ ਚੀਜ਼ਾਂ ਨੇ ਹਨਾ, ਤਾਂ ਉਹਨੂੰ ਕਿਵੇਂ ਤੁਸੀਂ ਮੇਨਟੇਨ ਕਰਦੇ? Being a makeup trainer, जी obviously I have lots of makeup, जी बट हाँ, अगर आप मुझे घर पे देखोगे कभी सिंपली एकदम, जी
तो आई डोंट अप्लाई एनीथिंग ऑन माई फेस। जी मैं वैसलीन लगाती हूँ, सिर्फ पेट्रोलियम जेली जो आती है जी वो आई यूज टू अप्लाई ऑन माई फेस जी बिकॉज आई हैव एक्सेस ड्राई स्किन हम्म, और मेरी हेयर भी ड्राई ही है, मतलब एक्सेस ड्राई है मेरी बॉडी। जी तो आई यूज टू अप्लाई दैट कि मेरी बॉडी पे आगे चल के मुझे फाइन लाइन्स या रिंकल ना हो। जी अदरवाइज आई डोंट अप्लाई एनीथिंग। Sometimes I want to, if I want to pamper myself, मुझे लग रहा है तो I love to get pedicure only, ਜੀ nothing else। ਜੀ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਅਸੀਂ ਅਕਸਰ ਹੀ ਅਸੀਂ ਬਹੁਤ ਸਾਰੀਆਂ ਐਕਟਰਸ ਐਕਟਰਸ ਨਾਲ ਮਿਲਦੇ ਰਹਿੰਦੇ ਹੈਗੇ ਆ, ਤਾਂ ਜਦੋਂ ਅਸੀਂ ਕੋਲੇ ਬਹਿੰਦੇ ਹਾਂ, ਜਦੋਂ ਨਜ਼ਦੀਕ ਹੁੰਦੇ ਹੈਗੇ ਆ, ਤਾਂ ਉਹ ਜਿਹੜਾ ਮੇਕਅਪ ਹੁੰਦਾ ਨਾ, ਮੇਕਅਪ ਦੀ ਕਹਿੰਦੇ ਹੁੰਦੇ ਕਹਿੰਦੀ ਪਰਤੀ ਸਾਨੂੰ ਦਿਖ ਜਾਂਦੀ ਹੈਗੀ ਵੀ ਠੀਕ ਹੈ ਇੰਨਾ ਮੇਕਅਪ ਅੱਜ ਚਾੜਿਆ ਹੋਇਆ ਹੈਗਾ, ਪਰ ਕੁਛ ਸ਼ਖਸੀਅਤਾਂ ਕੁਛ ਸ਼ਕਲਾਂ ਰੱਬ ਦੀਆਂ ਬਣਾਈਆਂ ਹੋਈਆਂ ਇਹੋ ਜਿਹੀਆਂ ਦਿਖਦੀਆਂ ਨੇ ਕਿ ਉਹ ਪਤਾ ਲੱਗਦਾ ਕਿ ਇਹ ਮੇਕਅਪ ਜਾਂ ਮੇਕਅਪ ਤੋਂ ਬਿਨਾ ਮੇਕਅਪ ਦੀ ਇਹਨਾਂ ਨੂੰ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਜਾਂ ਮੇਕਅਪ ਤੇ ਨਿਰਭਰ ਨਹੀਂ ਹੈਗੀਆਂ, ਇਹ ਰੱਬ ਦੀਆਂ ਦਿੱਤੀਆਂ ਹੋਈਆਂ ਨੇ ਤੇ ਉਨੀਆਂ ਹੀ ਸੋਹਣੀਆਂ ਨੇ ਚਾਹੇ ਮੇਕਅਪ ਲਾਉਣ ਚਾਹੇ ਨਾ ਲਾਉਣ। ਤੇ ਜਿਵੇਂ ਤੁਹਾਡੀ ਅੱਖਾਂ ਦੀ ਗੱਲ ਕਰੀਏ ਤਾਂ ਅੱਖਾਂ ਜਦੋਂ ਤੁਸੀਂ ਗੱਲ ਕਰਦੇ ਹੁੰਦੇ ਹੋਗੇ ਤੇ ਮੇਰੇ ਵਰਗਾ ਜਿਹੜਾ ਬੰਦਾ ਉਹ ਤਾਂ ਵੈਸੇ ਹੀ ਸਵਾਲ ਭੁੱਲ ਜੇ ਕਿਉਂਕਿ ਗੱਲ ਤੁਸੀਂ ਬੋਲ ਰਹੇ ਹੁੰਦੇ ਹੋ ਤੇ ਅਸੀਂ ਸਵਾਲ ਭੁੱਲ ਜਾਈਦਾ। पता नहीं ऐसा कोई मुझे भी टकरा नहीं जो मेरी आंखें देख के सवाल भूल जाए। मैं ਉਹਨੇ ਕਿਹਾ ਜੀ ਟੱਕਰਿਆ ਨਹੀਂ, ਜਿਉਂਦੀ ਜਾਗਦੀ ਮਿਸਾਲ ਮੈਂ ਸਾਹਮਣੇ ਬੈਠਾ, ਮੇਰੇ ਬਹੁਤ ਸਾਰੇ ਕੁਐਸਚਨ ਮੇਰੇ ਮਾਈਂਡ ਦੇ ਵਿੱਚ ਇੱਕ ਪੈਰਾਲਾਈਜ਼ ਮੈਂ ਰੱਖੇ ਹੋਏ ਸੀ ਕਿ ਇਹ ਕੁਐਸਚਨ ਇਸ ਤਰੀਕੇ ਨਾਲ ਪੁੱਛੇ ਜਾਣਗੇ, ਪਰ ਇਹਨਾਂ ਦੀ ਅੱਖਾਂ ਦਾ ਜੇ ਕਹਿੰਦੇ ਨਸ਼ਾ ਪਾਣੀ ਹੈਗਾ ਕਿ ਉਹ ਸਵਾਲ ਸਾਰੇ ਹੀ ਪੁੱਠੇ ਸਿੱਧੇ ਹੋ ਗਏ ਨੇ, ਪਰ ਗੱਲਬਾਤ ਮੈਨੂੰ ਲੱਗਦਾ ਕਿ ਬਹੁਤ ਸੋਹਣੀ ਰਹੀ ਆਪਣੀ, ਹੈ ਨਾ ਜੀ। ਹਾਂਜੀ, ਜਿੱਦਾਂ ਤੁਸੀਂ ਸੋਹਣੇ ਹੋ ਨਹੀਂ ਸੋਹਣੇ ਤੁਹਾਡੀ ਗੱਲਾਂ ਨੇ ਜੀ ਉਹੀ ਜਿਵੇਂ ਗੱਲ ਕਹਿੰਦੀ ਹੈ ਕਿ ਜਦੋਂ ਜ਼ਿਹਨ ਤੁਹਾਡਾ ਸੋਹਣਾ ਹੋਵੇ, ਤੁਹਾਡਾ ਅੰਤਰਮਨ ਤੁਹਾਡਾ ਸੋਹਣਾ ਹੋਵੇ ਤਾਂ ਤੁਹਾਨੂੰ ਹਰ ਇੱਕ ਬੰਦਾ ਸੋਹਣਾ ਲੱਗੂਗਾ, ਹਰ ਇੱਕ ਬੰਦਾ ਤੁਹਾਡੇ ਆਪਣੇ ਵਰਗਾ ਲੱਗੂਗਾ, ਚਾਹੇ ਉਹ ਕਿਸੇ ਵੀ ਕੈਟੇਗਰੀ ਦੇ, ਚਾਹੇ ਉਹ ਮਰਦ ਹੈ ਚਾਹੇ ਉਹ ਔਰਤ ਹੈ ਚਾਹੇ ਉਹ ਟਰਾਂਸ ਨੇ, ਸਾਰੇ ਇਨਸਾਨ ਨੇ, ਸਭ ਦੇ ਅੰਦਰ ਓਨੀਆਂ ਹੀ ਭਾਵਨਾਵਾਂ ਨੇ, ਓਨੀਆਂ ਹੀ ਫੀਲਿੰਗਸ ਨੇ ਤੇ ਓਨਾ ਹੀ ਪਿਆਰ ਇੱਕ ਦੂਜੇ ਨੂੰ ਕਰਦੀਆਂ ਨੇ ਤੇ ਓਨਾ ਹੀ ਪਿਆਰ ਇੱਕ ਦੂਜੇ ਤੋਂ ਲੈਂਦੀਆਂ ਤੇ ਦਿੰਦੀਆਂ ਨੇ। ਤੇ ਇਹੀ ਆਸ ਸਮਾਜ ਨੂੰ ਵੀ ਕਿ ਇਹ ਜਿਹੜੀਆਂ ਕਹਿੰਦੇ ਹੁੰਦੇ ਹੈਗੇ ਕਿ ਜਿਹੜਾ ਵਿਤਕਰਾ ਰੱਖਦੇ ਹੈਗੇ ਉਹ ਵਿਤਕਰਾ ਨਾ ਰੱਖਿਆ ਜਾਵੇ, ਉਹ ਵਿਤਕਰੇ ਨੂੰ ਪਾਸੇ ਹਟ ਕੇ ਇੱਕ ਇਨਸਾਨੀਅਤ ਦੇ ਤੌਰ ਤੇ, ਇੱਕ ਇਨਸਾਨ ਦੇ ਤੌਰ ਤੇ ਸਭ ਨਾਲ ਵਿਚਰਨਾ ਚਾਹੀਦਾ। ਤੇ ਜਾਂਦੇ ਜਾਂਦੇ ਕਾਇਨਾਤ ਕੀ ਮੈਸੇਜ ਆਡੀਅנס ਨੂੰ ਤੁਸੀਂ ਦੇਣਾ ਚਾਹੋਗੇ? ਮੈਂ ਬਸ ਇਹੀ ਕਹਿਣਾ ਚਾਹਾਂਗੀ, ਜ਼ਿੰਦਗੀ ਇੱਕ ਹੈਗੀ ਜੀ ਤੁਸੀਂ ਜੇ ਇਹ ਸੋਚਦੇ ਰਹੋਗੇ ਕਿ ਉਹਨੇ ਕੀ ਕਹਿਣਾ ਜੀ ਤਾਂ ਇਸ 'ਚ ਹੀ ਤੁਹਾਡੀ ਜ਼ਿੰਦਗੀ ਨਿਕਲ ਜੂਗੀ। ਜੀ ਕਈਆਂ ਦੀ ਇੱਕ ਵੀ ਨਹੀਂ ਹੋਈ ਜੀ। ਉਹ ਤਾਂ ਵੀ ਰੋ ਰਹੇ ਨੇ, ਜੀ ਕਈਆਂ ਨੇ ਦੋ ਕਰਾ ਲਈ ਉਹ ਜੀ। ਤਾਂ ਵੀ ਨਹੀਂ ਰੋ ਰਹੇ। ਤਾਂ ਤੁਸੀਂ ਉਹ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਜੀ। ਆਂਢ ਗੁਆਂਢ ਨੇ ਕੀ ਕਹਿਣਾ ਉਹਨਾਂ ਨੂੰ ਪੂਛ ਪਾਓ, ਆਪਣੀ ਜ਼ਿੰਦਗੀ ਜੀਓ ਬਸ। ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਦਰਸ਼ਕੋ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਧਿਆਨ ਨਾਲ ਤੁਸੀਂ ਸੁਣੀਆਂ ਹੋਣਗੀਆਂ, ਜੇ ਇੱਥੋਂ ਤੱਕ ਤੁਸੀਂ ਦੇਖ ਰਹੇ ਹੈਗੇ ਹੋ ਤਾਂ ਜਿਹੜੀਆਂ ਕੁਰੀਤੀਆਂ ਨੇ ਸਮਾਜ ਦੀਆਂ ਇਹਨਾਂ ਨੂੰ ਸਾਨੂੰ ਪਾਸੇ ਹਟ ਕੇ ਕਾਇਨਾਤ ਦੀ ਬਣਾਈ ਇਸ ਦੁਨੀਆ ਦੇ ਵਿੱਚ ਕਾਇਨਾਤ ਦੇ ਘਰੇ ਅਸੀਂ ਬੈਠੇ ਹਾਂ ਤੇ ਜੋ ਇੱਥੇ ਗੱਲਾਂ ਹੋਈਆਂ ਉਹ ਗੱਲਾਂ ਤੁਹਾਨੂੰ ਬਹੁਤ ਸੋਹਣੀਆਂ ਲੱਗੀਆਂ ਹੋਣਗੀਆਂ, ਆਸ ਕਰਦੇ ਹਾਂ। ਤੇ ਤਦ ਤੱਕ ਦੇਖਦੇ ਰਹੋ ਚਸਕਾ TV।